यूनिवर्सिटी के प्रबंधकी ब्लॉक के सामने यूनिवर्सिटी की नॉन टीचिंग कर्मचारी यूनियन लुधियाना वालों यूनिवर्सिटी अधिकारियों खिलाफ रोष जाहिर करने लई सवेरे 9 बजे तो 11 बजे तक धरना लगाया गया। धरने विच यूनिवर्सिटी के पेंशनर्स भी हुम हमा के पहुंचे। मुलाजमां वालों यह दस्सिया गया है कि उन्होंने 6वीं पे कमीशन की रिपोर्ट मुताबिक तनख्वाह ना मिलने कारण यह रोष धरना लगाया जा रहा है, जो कि 13 मई 2022 तक लगाया जाएगा। इस तो इलावा प्रमोशना दे रुके होने कारण स्टाफ की घाट, एक मुलाजम कोल 3 ਜਾਂ 4 सीटां दा कम लए जाण कारण ਅਤੇ ਹੋਰ कई डिमांडां बारे जिक्र किया गया है। ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਮੰਗਾਂ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਪਹਿਲਾਂ ਤੋਂ ਹੀ ਦਿੱਤੇ ਜਾ ਚੁੱਕੇ ਹਨ ਅਤੇ ਸਮੇਂ-ਸਮੇਂ ਤੇ ਇਸ ਬਾਰੇ ਗੱਲਬਾਤ ਵੀ ਹੁੰਦੀ ਰਹੀ ਹੈ, ਪਰ ਕੋਈ ਹੱਲ ਨਾ ਨਿਕਲਣ ਕਾਰਨ ਮੁਲਾਜ਼ਮਾਂ ਨੂੰ ਰੋਸ ਰੈਲੀਆਂ ਵੀ ਕੱਢਣੀਆਂ ਪਈਆਂ ਅਤੇ ਹੁਣ ਧਰਨੇ ਲਗਾਉਣੇ ਪੈ ਰਹੇ ਹਨ। मैं प्रेजिडेंट नॉन टीचिंग एम्पलाइज यूनियन गुरु अंगद देव वैटरनरी यूनिवर्सिटी लुधियाना। ਇਹ ਜਿਹੜੇ ਰੋਸ ਧਰਨੇ ਸਾਡੇ ਸ਼ੁਰੂ ਕੀਤੇ ਗਏ ਨੇ, ਅਸੀਂ ਪਹਿਲਾਂ ਵੀ ਕਾਫੀ ਵਾਰੀ ਅਥਾਰਟੀਆਂ ਨੂੰ ਲਿਖ ਕੇ ਦੇ ਚੁੱਕੇ ਹਾਂ, ਕਾਫੀ ਵਾਰੀ ਮੀਟਿੰਗਾਂ ਕਰ ਚੁੱਕੇ ਹਾਂ। ਘੱਟੋ ਘੱਟ ਸਾਨੂੰ 6ਵੇਂ ਪੇ ਕਮਿਸ਼ਨ ਬਾਰੇ ਗੱਲ ਕਰੀਏ ਤਾਂ ਸਾਨੂੰ 4 ਮਹੀਨੇ ਦੇ ਕਰੀਬ ਹੋ ਗਏ ਮਗਰ ਲੱਗੇ ਗੱਲਬਾਤ ਕਰਦੇ ਹਾਂ, ਪਰ ਅਥਾਰਟੀਆਂ ਨੇ ਅਜੇ ਤੱਕ ਸਾਨੂੰ ਕੋਈ ਸਿਰਾ ਨਹੀਂ ਫੜਾਇਆ, ਨਾ ਹੀ ਕਦੇ ਢੁਕਵਾਂ ਜਵਾਬ ਦਿੱਤਾ ਵਾ। ਤੇ ਇਸ ਤੋਂ ਬਿਨਾਂ ਸਾਡੀਆਂ ਕਾਫੀ ਹੋਰ ਵੀ ਡਿਮਾਂਡਾਂ ਨੇ, ਜਿਵੇਂ ਸੀਨੀਅਰ ਅਸਿਸਟੈਂਟ ਦੀ, ਸੁਪਰਡੈਂਟ ਦੀ, WO ਤੱਕ ਦੀਆਂ, ਟੈਕਨੀਕਲ ਸਟਾਫ ਦੀਆਂ। ਇਹ ਅਥਾਰਟੀਆਂ ਦਾ ਇਹਦੇ ਵਿੱਚ ਰਵੱਈਆ ਬਿਲਕੁਲ ਮਾੜਾ ਵਾ। ਇਹ ਬਿਲਕੁਲ ਸਾਨੂੰ ਕੁਝ ਦੇਣ ਨੂੰ ਤਿਆਰ ਨਹੀਂ ਗਈਆਂ, ਕੋਈ ਤਰੱਕੀਆਂ ਨਹੀਂ ਕਰਦੀਆਂ। ਇਹਦੇ ਵਿੱਚ ਐਲੀਜੀਬਲ ਹੋਇਆ ਨੂੰ ਸਾਡੇ ਮੁਲਾਜ਼ਮਾਂ ਨੂੰ ਤਕਰੀਬਨ 4 ਸਾਲ ਹੋ ਚੁੱਕੇ ਨੇ। ਬਹੁਤ ਜ਼ਿਆਦਾ ਫਾਈਨੈਂਸ਼ੀਅਲ ਲਾਸ ਹੋ ਚੁੱਕਿਆ ਵਾ। ਕੁਝ ਸਾਡੀਆਂ ਆਪਣੇ ਕੁਝ ਮੁਲਾਜ਼ਮ ਨੇ ਜਿਨ੍ਹਾਂ ਨੂੰ 25 ਤੋਂ 30 ਸਾਲ ਵੀ ਹੋ ਚੁੱਕੇ ਨੇ, ਉਹਨਾਂ ਦੀ ਅਜੇ ਤੱਕ ਇੱਕ ਵੀ ਪ੍ਰਮੋਸ਼ਨ ਨਹੀਂ ਹੋਈ। ਇੱਕ ਵੀ ਪ੍ਰਮੋਸ਼ਨ ਅਜੇ ਤੱਕ ਅਸੀਂ ਕਾਫੀ ਵਾਰੀ ਉਹਦੇ ਨਾਲ ਵਾਰਤਾਲਾਪ ਇਹਨਾਂ ਨਾਲ ਅਥਾਰਟੀਆਂ ਨਾਲ ਕਰ ਚੁੱਕੇ ਹਾਂ, ਪਰ ਇਹਨਾਂ ਦਾ ਕੋਈ ਉਹਦੇ ਵਿੱਚ ਇੰਟਰਸਟ ਨਹੀਂ ਗਾ ਉਹਨਾਂ ਦੀਆਂ ਤਰੱਕੀਆਂ ਕਰਨ ਦਾ ਜਾਂ ਕੋਈ ਇੱਦਾਂ ਦਾ। ਇਹ ਧਰਨਾ ਤਾਂ ਅਸੀਂ ਅੱਜ ਹੀ ਸ਼ੁਰੂ ਕਰੇ ਨੇ। ਇਹ ਅਸੀਂ 1 ਹਫ਼ਤੇ ਤੱਕ ਦਾ ਅਜੇ ਟਾਈਮ ਦਿੱਤਾ ਵਾ ਅਥਾਰਟੀਆਂ ਨੂੰ, 5 ਦਿਨ ਲਾਵਾਂਗੇ। ਜੇ ਅਥਾਰਟੀਆਂ ਕੋਈ ਹਿਲਜੁਲ ਨਹੀਂ ਕਰਦੀਆਂ ਤਾਂ ਅੱਗੇ ਅਸੀਂ ਇਹਨੂੰ ਵਧਾਵਾਂਗੇ ਅਤੇ ਅਸੀਂ ਹੋਰ ਵੀ ਤਿੱਖਾ ਸੰਘਰਸ਼ ਨੂੰ ਆਪਦੇ ਨੂੰ ਤਿੱਖਾ ਕਰਾਂਗੇ। ਇਹ ਜਿਹੜਾ ਖਮਿਆਨਾ ਫਿਰ ਇਹ ਅਥਾਰਟੀਆਂ ਮੇਰੇ ਹਿਸਾਬ ਨਾਲ ਭੁਗਤਣਗੀਆਂ। ਮਹੀਨੇ ਤੱਕ ਕੰਮ ਹੋ ਜਾਊਗਾ ਤਾਂ ਫਿਰ ਉਹ ਕੋਈ ਹਿਲਚੁਲ ਤਾਂ ਕਰ ਨਹੀਂ ਰਹੀਆਂ, ਕੋਈ ਫੰਡ ਲਿਆਉਣ ਵਾਸਤੇ ਉਹਦਾ ਪਿੱਛਾ ਨਹੀਂ ਕਰ ਰਹੀਆਂ। ਇੱਥੋਂ ਇੱਕ ਚਿੱਠੀ ਤੋਰਤੀ ਆ ਉੱਥੇ ਨੂੰ, ਉਹ ਪਤਾ ਨਹੀਂ ਕਿੱਥੇ ਨੂੰ ਗਈ ਆ ਕਿੱਥੇ ਨੂੰ ਨਹੀਂ। ਜਿਹੜੀ ਰਿਵਾਈਜ਼ ਫੰਡ ਲੈਣ ਵਾਸਤੇ ਦਿੱਤੀ ਆ ਉਹਦਾ ਇਹਨਾਂ ਨੇ ਕੋਈ ਪਿੱਛਾ ਨਹੀਂ ਕਰਿਆ, ਉਹਨੂੰ ਸਪੀਡ ਪੋਸਟ ਕਰਿਆ ਕਿ ਕੀ ਕਰਿਆ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ, ਪਰ ਉਹਦਾ ਪਿੱਛਾ ਨਹੀਂ ਕਰ ਰਹੀਆਂ ਅਥਾਰਟੀਆਂ। ਅਸੀਂ ਤਾਂ ਮੰਗ ਕਰਦੇ ਹਾਂ ਵੀ ਸਾਨੂੰ ਐਸੇ ਪਿਛਲੇ ਮਹੀਨੇ ਸਾਨੂੰ ਨਵੀਂ ਪੇ ਸਕੇਲਾਂ ਦੇ ਨਾਲ ਤਨਖਾਹ ਮਿਲਣੀ ਚਾਹੀਦੀ ਸੀ, ਕਿਉਂਕਿ ਪੰਜਾਬ ਦੇ ਲਗਭਗ ਸਾਰੇ ਅਦਾਰੇ ਨਵੇਂ ਪੇ ਸਕੇਲਾਂ ਦੇ ਨਾਲ ਤਨਖਾਹ ਲੈ ਚੁੱਕੇ ਨੇ। ਸਿਰਫ ਵੈਟਰਨਰੀ ਯੂਨੀਵਰਸਿਟੀ ਆ ਜਿੱਥੇ ਸਾਨੂੰ ਤਨਖਾਹ ਨਹੀਂ ਮਿਲੀ, ਔਰ ਅਥਾਰਟੀਆਂ ਨੂੰ ਬਿਲਕੁਲ ਇਹਨਾਂ ਦਾ ਇੰਟਰਸਟ ਨਹੀਂ ਵੀ ਅਸੀਂ ਇਹਨਾਂ ਨੂੰ ਤਨਖਾਹ ਦੇਣੀ। ਅਗਲਾ ਫੈਸਲਾ ਅਸੀਂ ਆਪਦੀ ਆਬਜੈਕਟਿਵ ਦੇ ਵਿੱਚ ਫੈਸਲਾ ਲਵਾਂਗੇ, ਮੁਲਾਜ਼ਮਾਂ 'ਚ ਫੈਸਲਾ ਲਵਾਂਗੇ। ਅਸੀਂ ਇਹਨੂੰ ਸੰਘਰਸ਼ ਨੂੰ ਬਹੁਤ ਜ਼ਿਆਦਾ ਤਿੱਖਾ ਕਰਾਂਗੇ, ਫਿਰ ਇਹਦਾ ਖਮਿਆਨਾ ਅਥਾਰਟੀਆਂ ਭੁਗਤਣਗੀਆਂ, ਸਾਨੂੰ ਉੱਥੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੋ। ਦੀਪਕ ਤਲਵਾਰ ਖਜ਼ਾਨਚੀ। ਪੰਜਾਬ ਗੌਰਮੈਂਟ ਵੱਲੋਂ ਰੈਸ਼ਨਾਈਜੇਸ਼ਨ ਕੀਤੀ ਗਈ ਸੀ, ਇਹ ਸਾਡੀ ਯੂਨੀਵਰਸਿਟੀ ਵੱਲੋਂ ਵੀ ਇੰਪਲੀਮੈਂਟ ਕੀਤੀ ਗਈ ਹੈ। ਬਟ ਪੰਜਾਬ ਗੌਰਮੈਂਟ ਨੇ ਰੈਸ਼ਨਾਈਜੇਸ਼ਨ ਜਿਹੜੀ ਕੀਤੀ ਸੀ ਉਹਨਾਂ ਨੇ ਜਿਹੜੀਆਂ ਪੋਸਟਾਂ ਯੂਜ਼ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਕੀਤੀ ਗਈ ਸੀ, ਪਰ ਸਾਡੀ ਯੂਨੀਵਰਸਿਟੀ ਨੇ ਇੱਕ ਬੰਦੇ ਨੂੰ 4 ਡਿਪਾਰਟਮੈਂਟਾਂ ਦਾ ਚਾਰਜ ਦੇ ਕੇ ਰੈਸ਼ਨਾਈਜੇਸ਼ਨ ਕੀਤੀ ਹੈ ਅਤੇ ਮੁਲਾਜ਼ਮਾਂ ਉੱਪਰ ਬੋਝ ਵਧਾਤਾ ਹੈ। ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਪੰਜਾਬ ਗੌਰਮੈਂਟ ਦੇ ਵਿੱਚ ਆਪਣੇ ਪ੍ਰਮੋਸ਼ਨ ਦੀ ਜਿਹੜੀ ਲੈਟਰ ਹੈ ਉਹ 4 ਸਾਲਾਂ ਦੀ ਹੈ। 4 ਸਾਲ ਬਾਅਦ ਅਗਰ ਤੁਹਾਡੀ ਪੋਸਟ ਵੇਕੈਂਟ ਹੈ ਤਾਂ ਪ੍ਰਮੋਸ਼ਨ ਹੋ ਸਕਦੀ ਹੈ, ਬਟ ਸਾਡੇ ਇੱਥੇ 35 ਪੋਸਟਾਂ ਖਾਲੀ ਪਈਆਂ ਨੇ, ਪਰ 5 ਸਾਲ ਦੀ ਲੈਟਰ ਹੈ ਸਾਡੇ। 5 ਸਾਲ ਤੋਂ ਬਾਅਦ ਮੁਲਾਜ਼ਮਾਂ ਨੂੰ 8 ਸਾਲ ਹੋ ਗਏ ਨੇ, ਪਰ ਹਜੇ ਤੱਕ ਕਿਸੇ ਦੀ ਵੀ ਪ੍ਰਮੋਸ਼ਨ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਬਸ। ਮੈਂ ਰਜਿੰਦਰ ਸਿੰਘ ਰਿਟਾਇਰੀ ਇਸ ਯੂਨੀਵਰਸਿਟੀ ਤੋਂ ਰਿਟਾਇਰ ਹੋਇਆ ਹਾਂ ਅਤੇ ਸਾਡੀ ਇਸ ਗੱਲ ਦੇ ਨਾਲ ਹੀ ਜਿਵੇਂ ਇੰਪਲਾਈਜ਼ ਯੂਨੀਅਨ ਦੀ ਡਿਮਾਂਡ ਹੈ 6ਵੇਂ ਪੇ ਕਮਿਸ਼ਨ ਦੀ, ਸਾਨੂੰ ਵੀ ਉਹ ਰਿਟਾਇਰੀਆਂ 'ਤੇ ਲਾਗੂ ਹੋਣਾ ਜਿਹੜਾ ਹਾਲੇ ਤੱਕ ਲਾਗੂ ਨਹੀਂ ਹੋਇਆ ਕਿਸੇ ਵੀ ਇੰਪਲਾਈਜ਼ ਨੂੰ। ਜਦੋਂ ਕਿ ਯੂਨੀਵਰਸਿਟੀ ਅਤੇ ਪੰਜਾਬ ਗੌਰਮੈਂਟ ਦੇ ਸਾਰੇ ਜਿੰਨੇ ਵੀ ਰਿਟਾਇਰ ਹੋ ਚੁੱਕੇ ਕਰਮਚਾਰੀ ਇਹਨਾਂ ਨੂੰ 6ਵਾਂ ਪੇ ਕਮਿਸ਼ਨ ਮਿਲ ਗਿਆ। ਅਸੀਂ ਵੀ ਇਸ ਸੰਘਰਸ਼ ਦੇ ਵਿੱਚ ਇਸ ਕਰਕੇ ਸ਼ਾਮਲ ਹਾਂ। ਸਾਡੇ ਵੱਲੋਂ ਵੀ ਹਰ ਰੋਜ਼ 2 ਬੰਦੇ ਇਸ ਧਰਨੇ ਦੇ ਵਿੱਚ ਬੈਠਦੇ ਨੇ ਅਤੇ ਅਸੀਂ ਲਗਾਤਾਰ ਬੈਠਾਂਗੇ। ਜਿਸ ਤਰ੍ਹਾਂ ਯੂਨੀਅਨ ਦੀ ਕਾਲ ਆਊਗੀ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਅਤੇ ਅਸੀਂ ਅਧਿਕਾਰੀਆਂ ਤੋਂ ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਪੈਨਸ਼ਨਰਾਂ ਦੀ ਜਿਹੜੀ ਵਧੀ ਹੋਈ ਪੈਨਸ਼ਨ ਆ ਉਹਦਾ ਏਰੀਅਰ 'ਤੇ ਪੈਨਸ਼ਨ ਸਾਨੂੰ ਲਾਗੂ ਕੀਤੀ ਜਾਵੇ, ਨਹੀਂ ਤਾਂ ਅਸੀਂ ਹੋਰ ਵੀ ਇਸ ਤੋਂ ਵੱਧ ਇਸ ਯੂਨੀਅਨ ਨਾਲ ਰਲ ਕੇ ਤਿੱਖਾ ਸੰਘਰਸ਼ ਕਰਾਂਗੇ।
ਮੇਰਾ ਨਾਮ ਹਰਪ੍ਰੀਤ ਚੰਬਰ ਹੈ ਜੀ। ਮੈਂ ਜਨਰਲ ਸਕੱਤਰ ਨਾਨ ਟੀਚਿੰਗ ਧਰਨਾ ਸਰ ਸਾਡੇ 6ਵੇਂ ਪੇ ਕਮਿਸ਼ਨ ਦੀਆਂ ਮੰਗਾਂ ਹੈਗੀਆਂ ਸੀ, ਜਿਹੜੀ ਸਾਨੂੰ ਤਨਖਾਹ ਨਹੀਂ ਮਿਲੀ ਹਾਲੇ ਤੱਕ 1 ਜੁਲਾਈ 2016 ਤੋਂ, ਜਿਹੜੀ ਏਰੀਅਰ ਵੀ ਬਾਕੀ ਭੁਗਤਾਨ ਕਰ ਚੁੱਕੇ ਨੇ। ਲੇਕਿਨ ਉਹਦੇ ਨਾਲ ਸਾਡੀਆਂ ਹੋਰ ਮੰਗਾਂ ਸੀ ਜਿਹੜੀਆਂ ਪ੍ਰਮੋਸ਼ਨ ਦੀਆਂ ਮੰਗਾਂ ਨੇ, ਠੀਕ ਹੈ, ਜਿਹੜੇ ਬੰਦੇ ਐਲੀਜੀਬਲ ਹੋਏ ਨੇ, ਠੀਕ ਹੈ ਜੀ, ਪੋਸਟਾਂ ਵੈਕੈਂਟ ਨੇ। ਉਸ ਤੋਂ ਬਾਅਦ ਜਿਹੜਾ ਬਜਟ ਸਾਨੂੰ ਸਰਕਾਰ ਵੱਲੋਂ ਆਇਆ ਹੋਇਆ ਆ, ਉਹਨਾਂ ਪੋਸਟਾਂ ਦੇ ਲਈ ਵੀ ਸਾਨੂੰ ਪ੍ਰਮੋਸ਼ਨ ਨਹੀਂ ਦਿੱਤੀ ਜਾ ਰਹੀ ਸਾਨੂੰ ਇਹਨਾਂ ਵੱਲੋਂ। ਤੇ ਉਹਦੇ ਨਾਲ ਸਾਡੀਆਂ ਹੋਰ ਕਈ ਡਿਮਾਂਡਾਂ ਜਿਹੜਾ ਧੱਕਾ ਕਰ ਰਹੇ ਨੇ ਸਾਡੇ ਮੁਲਾਜ਼ਮਾਂ ਦੇ ਨਾਲ। ਇੱਕ ਕੰਡੀਸ਼ਨ ਲਗਾਈ ਹੈ ਇਹਨਾਂ ਨੇ ਨਵੇਂ ਕਲਰਕਾਂ ਦੀ ਜਿਹੜੀ ਭਰਤੀ ਕੀਤੀ ਹੈ, ਉਹਦੇ 'ਚ ਲਿਖਿਆ ਜੀ ਸ਼ਾਰਟ ਹੈਂਡ ਦਾ ਪੇਪਰ ਉਹਨਾਂ ਨੇ ਕੁਆਲੀਫਾਈ ਕਰਨਾ। ਚਲੋ ਪਹਿਲੀ ਗੱਲ ਤਾਂ ਕਿਸੇ ਵੀ ਡਿਪਾਰਟਮੈਂਟ 'ਚ ਸ਼ਾਰਟ ਹੈਂਡ ਦੀ ਕੰਡੀਸ਼ਨ ਹੀ ਕਲਰਕਾਂ ਵਾਸਤੇ, ਠੀਕ ਹੈ ਜੀ। ਕੰਡੀਸ਼ਨਾਂ ਇਹਨਾਂ ਨੇ ਉਹਨਾਂ 'ਤੇ ਲਗਾਤੀਆਂ, ਕਲਰਕ ਕਮ ਸਟੋਰ ਕੀਪਰ ਪਲੱਸ ਇਹਨਾਂ ਨੂੰ ਸਟੈਨੋ ਬਣਾ ਦਿੱਤਾ। ਲੇਕਿਨ ਉਹਨਾਂ ਲਈ ਕਿਹਾ ਕਿ ਕੰਡੀਸ਼ਨ ਲਗਾਈ ਹੈ 6 ਮਹੀਨੇ ਦੇ ਲਈ ਜੀ ਉਹ ਪੇਪਰ ਆਪਣਾ ਕੁਆਲੀਫਾਈ ਕਰਨਗੇ। 6 ਮਹੀਨੇ ਤਾਂ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਜੀ, ਕੋਰਸ ਦਾ ਟਾਈਮ ਪੀਰੀਅਡ ਨਹੀਂ ਹੈ। 1 ਸਾਲ ਦਾ ਤਾਂ ਘੱਟੋ ਘੱਟ ਕੋਰਸ ਦਾ ਟਾਈਮ ਪੀਰੀਅਡ। ਅਸੀਂ ਇਹਦੇ ਬਾਰੇ ਵੀ ਬੇਨਤੀ ਕੀਤੀ ਹੈ ਉਹਨਾਂ ਨੂੰ, ਲੇਕਿਨ ਉਹਨਾਂ ਦਾ ਇਹਦੇ ਬਾਰੇ ਕੋਈ ਨਾ ਪੱਖੀ ਹੰਗਾਰਾ ਹੀ ਹੈ, ਹਾਲੇ ਇਹਨਾਂ ਨੇ ਕੋਈ ਹਾਂ ਸਾਨੂੰ ਦਿੱਤੀ ਨਹੀਂ ਹੈ। ਉਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਦੱਸੀਆਂ ਗਈਆਂ, ਜਿਵੇਂ ਦੀਪਕ ਤਲਵਾੜ ਜੀ ਨੇ ਦੱਸਿਆ ਸੀ, ਪ੍ਰਧਾਨ ਜੀ ਨੇ ਦੱਸਿਆ ਸੀ, ਜਿਹੜੀਆਂ 4 ਸਾਲ ਦੀ ਇੱਕ ਲੈਟਰ ਕੱਢੀ ਸੀ ਸੀਨੀਅਰ ਅਸਿਸਟੈਂਟ ਬਣਾਉਣ ਦੇ ਲਈ ਸਰਕਾਰ ਨੇ, ਉਹ ਇਹਨਾਂ ਨੇ ਲੈਟਰ ਇੰਪਲੀਮੈਂਟ ਨਹੀਂ ਕੀਤੀ ਜੀ। ਉਹ ਕਹਿੰਦੇ ਨੇ ਕਿ 4 ਸਾਲ ਤੋਂ ਬਾਅਦ ਕੋਈ ਜ਼ਰੂਰੀ ਤਾਂ ਨਹੀਂ ਹੈ ਜਿਹੜੀ ਪ੍ਰਮੋਸ਼ਨ ਕਰਨੀ ਹੈ, ਜਦਕਿ ਬੰਦੇ ਕੁਆਲੀਫਾਈਡ ਨੇ, ਡਬਲ ਟ੍ਰਿਪਲ ਚਾਰਜ ਤੇ ਕੰਮ ਕਰ ਰਹੇ ਨੇ, ਮਿਹਨਤ ਦੇ ਨਾਲ ਕੰਮ ਕਰ ਰਹੇ ਨੇ। ਉਹਨਾਂ ਨੇ ਆਪਣਾ ਕੈਲੀਬਰ ਵੀ ਦਿਖਾਇਆ, ਆਪਣਾ ਪੂਰਾ ਕੈਲੀਬਰ ਦਿਖਾ ਕੇ ਕੰਮ ਕੀਤਾ ਵੀ ਹੈ, ਜਿਹੜਾ ਯੂਨੀਵਰਸਿਟੀ ਨੇ ਸਾਈਨ ਕੀਤਾ, ਤੇ ਯੂਨੀਵਰਸਿਟੀ ਦੇ ਪੱਖ ਦੇ ਵਿੱਚ ਗੱਲਾਂ ਵੀ ਰੱਖੀਆਂ ਨੇ। ਉਹਨਾਂ ਨੇ ਹਰ ਪਾਸੇ ਆਪਣਾ ਕੈਲੀਬਰ ਕੁਆਲੀਫਾਈ ਕੀਤਾ, ਦੱਸਿਆ ਉਹਨਾਂ ਨੇ ਕਿ ਅਸੀਂ ਇਸ ਚੀਜ਼ ਦੇ ਲਈ ਐਲੀਜੀਬਲ ਹੈਗੇ ਹਾਂ ਔਰ ਯੋਗਤਾ ਰੱਖਦੇ ਹਾਂ। ਉਸ ਤੋਂ ਯੋਗਤਾ ਰੱਖਣ ਦੇ ਬਾਵਜੂਦ ਵੀ ਇਹ ਸਾਨੂੰ ਪ੍ਰਮੋਸ਼ਨਾਂ ਕਿਉਂ ਨਹੀਂ ਦਿੰਦੀਆਂ, ਉਹਦਾ ਜਵਾਬ ਨਹੀਂ ਦੇ ਰਹੇ। ਉਹਦਾ ਜਵਾਬ ਬਸ ਇੰਨਾ ਕਹਿ ਦਿੰਦੇ ਅਸੀਂ ਰੈਸ਼ਨਲਾਈਜੇਸ਼ਨ ਕੀਤੀ ਹੋਈ ਹੈ। ਰੈਸ਼ਨਲਾਈਜੇਸ਼ਨ ਕੀ ਹੈ ਮੈਂ ਪੁੱਛਣਾ ਚਾਹੂੰਗਾ, ਕਿ ਇਹ ਵਿਧਾਨ ਸਭਾ ਦਾ ਐਕਟ ਆ ਜਾਂ ਕੀ ਸਾਡਾ ਸਟੈਚੂ ਆ? ਸਾਡੇ ਸਟੈਚੂ ਦੇ ਵਿੱਚ ਵੀ ਕੋਈ ਰੈਸ਼ਨਲਾਈਜੇਸ਼ਨ ਹੈ ਨਹੀਂ ਗੀ। ਇਹਨਾਂ ਨੇ ਆਪਣੇ ਵੱਲੋਂ ਇੱਕ ਲੈਟਰ ਕੱਢ ਦਿੱਤੀ ਆ, ਆਪ ਬੈਠ ਕੇ ਇੱਕ ਮੀਟਿੰਗ ਕਰਕੇ, ਇੱਕ ਰੈਸ਼ਨਲਾਈਜੇਸ਼ਨ ਜੇ ਕਿਸੇ ਦਾ ਨੁਕਸਾਨ ਕਰੂਗੀ ਤੇ ਉਹ ਰੈਸ਼ਨਲਾਈਜੇਸ਼ਨ ਨੂੰ ਅਸੀਂ ਕੀ ਕਰਾਂਗੇ? ਸਾਡੀ ਰੈਸ਼ਨਲਾਈਜੇਸ਼ਨ ਕੋਈ ਫਾਇਦੇ ਵਾਲੀ ਰੈਸ਼ਨਲਾਈਜੇਸ਼ਨ ਹੋਵੇ ਨਾ। ਜਿਹੜੀਆਂ ਪੋਸਟਾਂ ਕੋਈ ਵੈਕੈਂਟ ਹੈਗੀਆਂ, ਜਿਹੜੀਆਂ ਨਹੀਂ ਫਿਲ ਕਰ ਰਹੀਆਂ, ਜਿਹੜੇ ਬੰਦੇ ਕੁਆਲੀਫਾਈ ਹੈਗੇ ਨੇ, ਕੋਈ ਟੈਕਨੀਕਲ ਗ੍ਰੇਡ ਦੇ ਹੈਗੇ ਨੇ, ਉਹਨਾਂ ਦੇ ਲਈ ਰੈਸ਼ਨਲਾਈਜੇਸ਼ਨ ਕਰਨ। ਉਹ ਪੋਸਟਾਂ ਨੂੰ ਅੱਗੇ ਉਹਨਾਂ ਨੂੰ ਮਰਜ ਕਰਕੇ ਜੋ ਵੀ ਕਰਨਾ, ਉਹਨਾਂ ਨੂੰ ਜਿਹੜੇ ਬੰਦੇ ਐਲੀਜੀਬਲ ਨੇ ਉਹਨਾਂ ਦੀ ਪ੍ਰਮੋਸ਼ਨ ਕਰਨ, ਉਹਨੂੰ ਕਵਾਂਗੇ ਅਸੀਂ ਰੈਸ਼ਨਲਾਈਜੇਸ਼ਨ। ਅਸੀਂ ਮੰਗ ਇਹੀ ਕਰਦੇ ਹਾਂ, ਜਿੰਨੀਆਂ ਵੀ ਮੰਗਾਂ ਅਸੀਂ ਪਹਿਲਾਂ ਦਿੱਤੀਆਂ ਨੇ। 19/10/2021 ਨੂੰ ਸਾਡਾ ਪਹਿਲਾ ਮੈਮੋਰੈਂਡਮ ਦਿੱਤਾ ਸੀ, ਜਿਹਦੀ ਡਿਸਕਸ਼ਨ ਸਾਡੀ ਹੋਈ ਸੀ ਮਲਟੀਪਲ ਟਾਈਮ, ਮਹੀਨੇ ਦੇ ਵਿੱਚ 2-2 ਵਾਰ 3-3 ਵਾਰ ਡਿਸਕਸ਼ਨ ਹੁੰਦੀ ਰਹੀ ਹੈ, ਲੇਕਿਨ ਉੱਤੇ ਆਊਟਪੁੱਟ ਕੋਈ ਖਾਸ ਨਹੀਂ ਨਿਕਲੀ ਸਾਡੀ। ਤੇ ਅਸੀਂ ਇਹ ਚਾਹੁੰਦੇ ਕਿ ਜਿੰਨੀਆਂ ਵੀ ਅਸੀਂ ਮੰਗਾਂ ਦਿੱਤੀਆਂ ਨੇ, ਪਲੱਸ ਜੇ ਉਸ ਤੋਂ ਇਲਾਵਾ ਜੇ ਹੋਰ ਵੀ ਕੋਈ ਰਹਿੰਦੀ ਆ ਸਾਡੇ ਮੁਲਾਜ਼ਮ ਦੀ ਜਿਹੜੀ ਬਣਦੀ ਆ, ਜੋ ਇਹਨਾਂ ਦੇ ਨੋਟਿਸ ਦੇ ਵਿੱਚ ਹੈਗੀ, ਜਿਹੜੀ ਡਿਪਾਰਟਮੈਂਟ ਲੈਵਲ ਤੋਂ ਚੱਲੀ ਹੋਈ ਆ, ਉਹਨੂੰ ਇਹ ਮੰਗ ਨੂੰ ਪੂਰੀ ਕਰਨ। ਸਾਡਾ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਰਾਮ ਨਾਲ ਆਪਣੇ ਕੰਮਾਂ ਵੱਲ ਧਿਆਨ ਦਈਏ, ਤੇ ਕੰਮਾਂ ਵੱਲ ਧਿਆਨ ਦੇ ਕੇ ਅਸੀਂ ਯੂਨੀਵਰਸਿਟੀ ਦੇ ਹਿੱਤ ਵਿੱਚ ਫੈਸਲੇ ਲਈਏ, ਤੇ ਯੂਨੀਵਰਸਿਟੀ ਦੇ ਲਈ ਆਪਣੀ ਜਿੰਨੀ ਵੀ ਯੋਗਤਾ ਦੇ ਅਨੁਸਾਰ ਕੰਮ ਕਰੀਏ, ਵੱਧ ਤੋਂ ਵੱਧ ਕਰੀਏ। ਤੇ ਅਸੀਂ ਆਪਣੀਆਂ ਪ੍ਰਮੋਸ਼ਨਾਂ ਦੇ ਬਸ ਕਹਿ ਰਹੇ ਹਾਂ, ਕੰਮ ਦੇ ਨਾਲ ਨਾਲ ਸਾਨੂੰ ਪ੍ਰਮੋਸ਼ਨਾਂ ਵੀ ਦਿੱਤੀਆਂ ਜਾਣ ਤੇ ਸਾਨੂੰ ਸਾਡੇ ਬੈਨੀਫਿਟ ਦਿੱਤੇ ਜਾਣ ਬਿਨਾਂ ਕਿਸੇ ਸਾਡੇ ਰੋਸ ਦੇ। ਇੰਦਰਜੀਤ ਸਿੰਘ। ਸਰ ਕੀ ਕਹਿੰਦੇ ਅੱਜ ਬਾਹਰ ਧਰਨਾ ਲਗਾਇਆ ਗਿਆ ਐਮਪਲਾਈਆਂ ਨੇ, ਕੀ ਕਹਿਣਾ ਚਾਹੁੰਦੇ? ਜੇ ਇਹ ਸਾਡੇ ਨਾਨ ਟੀਚਿੰਗ ਐਮਪਲਾਈਜ਼ ਹੈ, ਇਹਨਾਂ ਨੇ 2 ਦਿਨਾਂ ਤੋਂ ਪਿੱਛੇ ਫਰਾਈਡੇ ਨੂੰ ਧਰਨਾ ਲਗਾਇਆ ਸੀ, ਅੱਜ ਵੀ ਧਰਨਾ ਲਗਾਇਆ ਹੈ। ਇਹਨਾਂ ਦੀ ਡਿਮਾਂਡ ਹੈਗੀ ਰਿਵਾਈਜ਼ਡ ਪੇ ਸਕੇਲ ਦੀ, ਨਿਊ ਪੇ ਸਕੇਲ ਦੀ, ਜੋ ਪੰਜਾਬ ਦੇ ਸਾਰੇ ਬਾਕੀ ਮੁਲਾਜ਼ਮਾਂ ਨੂੰ ਮਿਲ ਚੁੱਕਿਆ ਹੈ। ਤੇ ਇਹਨਾਂ ਦਾ ਜਿਹੜਾ ਨਈ ਪੇ ਸਕੇਲ ਸੀ, ਇਹ ਸਾਡੇ ਬੋਰਡ ਆਫ ਮੈਨੇਜਮੈਂਟ ਤੋਂ ਵੀ ਪਾਸ ਹੋ ਗਈ ਸੀ, ਪਰ ਫਿਰ ਫਾਈਨੈਂਸ ਨੇ ਆਬਜੈਕਸ਼ਨ ਲਗਾ ਦਿੱਤਾ ਤੇ ਜਿਹੜਾ ਸਾਡਾ ਬਜਟ ਸੀਗਾ ਉਹ ਅਪਰੂਵ ਨਹੀਂ ਕੀਤਾ ਗਿਆ। ਤੋ ਇਹਨਾਂ ਨੇ ਮੈਮੋਰੈਂਡਮ ਵੀ ਦਿੱਤਾ ਹੈ, ਉਹ ਵੀ ਅਸੀਂ ਸਰਕਾਰ ਨੂੰ ਭੇਜਿਆ ਹੈ, ਇਹਨਾਂ ਦੀ ਡਿਮਾਂਡ ਭੇਜੀ ਹੈ। ਤੇ ਨਾਲ ਹੀ ਮੇਰੀ ਸਾਡੇ ਮੰਤਰੀ ਜੀ ਹੈ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ, ਉਹਨਾਂ ਦੇ ਨਾਲ ਮੀਟਿੰਗ ਸ਼ਡਿਊਲ ਹੈਗੀ ਸੀ ਹਫਤੇ, ਤੇ ਉਹਨਾਂ ਨੂੰ ਵੀ ਜਾ ਕੇ ਰਿਕੁਐਸਟ ਕਰਾਂਗੇ ਕਿ ਜੀ ਫਾਈਨੈਂਸ ਡਿਪਾਰਟਮੈਂਟ ਤੋਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਦਾ ਕਹਿੰਦੇ 4 ਸਾਲ ਹੋ ਗਏ ਐਮਪਲਾਈ ਕਹਿ ਰਹੇ 4 ਸਾਲ ਹੋ ਗਏ ਤਾਂ ਫੰਡ ਨਹੀਂ ਆ ਰਿਹਾ ਜੀ। ਫੰਡ ਤਨਖਾਹ ਦੇ ਤੋਂ ਆ ਰਹੇ ਨੇ, ਤਨਖਾਹ ਤਾਂ ਆ ਰਹੀ, ਫੰਡ ਨਹੀਂ ਆ ਰਹੇ। बाकी जेडे है कंटीजेंसी नहीं आ रही है। कंटीजेंसी कई साल से पंजाब सरकार ने बंद करती सी, वो भी साडा इस बजट से क्योंकि सरकार ने मंगया है सुझाव जेडे है, वो सुझाव आज साडी मीटिंग है इत्थे एक वर्कशॉप हैगी कि एनिमल हसबेंडरी सैक्टर नूं बजट च की उन्होंने कितनी अहमियत देनी चाहिए, किहड़े किहड़े किते हैं जिन्हां दे थल्ले एनिमल हसबेंडरी नूं फाइनैशियल सपोर्ट बजट राही मिलना चाहिए। तो वो भी गल मैं मंत्री जी नाल रख के फिर फाइनेंस डिपार्टमेंट नूं असीं भिजवावांगे। आज हैगी साडी जिहड़ी है वर्कशॉप हैगी, वो एक इंडिया दे ICR दे इंस्टीट्यूट के डायरैक्टर हैं वो आ रहे हैं, एक हरियाणा यूनिवर्सिटी के प्रोफैसर हैं जिन्होंने डबलिंग फार्मर इनकम ते हरियाणा के बजट के उत्ते काफ़ी काम किया है, एक साढ़े PAU के माहिर हैं वो होंगे, तो साढ़े जोड़े होर अफसर ते वैज्ञानिक वो भी नाल होंगे। किहड़ा वो मीटिंग तो हैगी बजट लई सुझाव देने लई, जिवें पंजाब सरकार ने मंगे ना, पहली बार उन्होंने
ਸੁਝਾਅ ਮੰਗੇ ਨੇ ਕਿ ਕੋਈ ਵੀ ਆਦਮੀ ਸੁਝਾਅ ਦੇ ਸਕਦਾ ਹੈ। ਤੇ ਐਨੀਮਲ ਹਸਬੈਂਡਰੀ ਸੈਕਟਰ ਜਿਹੜਾ ਕਿ ਹੁਣ ਐਗਰੀਕਲਚਰ ਦੀ ਜਿਹੜੀ GDP ਹੈ ਉੱਥੇ ਉਹਦਾ ਕੰਟਰੀਬਿਊਸ਼ਨ 40% ਹੋ ਗਿਆ ਹੈ। 40% ਕੰਟਰੀਬਿਊਸ਼ਨ ਤੇ ਉਹਨੂੰ ਜੇ ਤੁਸੀਂ ਦੇਖੋ ਤਾਂ ਪਿਛਲੇ ਸਾਲ ਦਾ ਮੈਂ ਦੇਖ ਰਿਹਾ ਸੀ, ਐਗਰੀਕਲਚਰ ਦਾ ਜਿਹੜਾ ਐਲੋਕੇਸ਼ਨ ਸੀ ਉਹ ਲਗਭਗ 10,940 ਕਰੋੜ ਸੀਗਾ, ਔਰ ਜਿਹੜਾ ਐਨੀਮਲ ਹਸਬੈਂਡਰੀ ਥਾ ਉਹ 590 ਕਰੋੜ ਵੀ ਨਹੀਂ ਸੀਗਾ, ਮਤਲਬ 600 ਕਰੋੜ ਵੀ ਨਹੀਂ ਸੀਗਾ। ਉੱਥੇ ਐਗਰੀਕਲਚਰ ਦਾ 11,000 ਕਰੋੜ ਸੀਗਾ। ਠੀਕ ਹੈ, ਐਗਰੀਕਲਚਰ ਦਾ ਵੱਖਰਾ ਹੈ, ਪਰ ਜੇ ਆਪਾਂ ਐਨੀਮਲ ਹਸਬੈਂਡਰੀ 'ਚ ਜ਼ਿਆਦਾ ਜੇ ਬਜਟ ਐਲੋਕੇਸ਼ਨ ਹੋ, ਜ਼ਿਆਦਾ ਇਨਵੈਸਟਮੈਂਟ ਹੋ, ਤਾਂ ਡੈਫੀਨੇਟਲੀ ਇਹ ਸੈਕਟਰ ਜਿਹੜਾ ਹੈ ਉਹ ਕਿਸਾਨਾਂ ਲਈ ਤੇ ਸਾਡੇ ਜਿਹੜੇ ਬਾਕੀ ਸਿਟੀਜ਼ਨ ਹੈ, ਜਿੰਨੇ ਪਬਲਿਕ ਹੈ, ਉਹਨਾਂ ਦੇ ਲਈ ਵੀ ਚੰਗਾ ਰਹੇਗਾ, ਕਿਉਂਕਿ ਜਿਹੜੇ ਪਸ਼ੂ ਦੇ ਉਤਪਾਦ ਨੇ ਉਹ ਬੜੇ ਹੀ ਜਿਵੇਂ ਤੁਹਾਨੂੰ ਪਤਾ ਹੈ ਦੁੱਧ ਹੈ ਉਹ ਕੰਪਲੀਟ ਫੂਡ ਹੈਗਾ, ਅੰਡਾ ਹੈ, ਮੀਟ ਹੈ, ਉਹ ਬੋਡੀ ਦੇ ਲਈ ਨਿਊਟ੍ਰੀਸ਼ਨਲ ਸਿਕਿਉਰਿਟੀ ਦੇ ਲਈ ਉਹ ਬੜੇ ਇੰਪੋਰਟੈਂਟ ਨੇ। ਇਹ ਜਿਹੜੇ EMPLOYE ਨੇ ਇਹ ਕਿੰਨੀ ਦੇਰ 'ਚ ਇਹਨਾਂ ਦਾ ਹੋ ਜਾਊਗਾ, ਇਹ ਮੰਗਾਂ ਕਰ ਤੋਂ ਦੇਖੋ ਹਾਲੇ ਤੱਕ ਸਰਕਾਰ ਨੇ ਰੈਗੂਲਰ ਬਜਟ ਪੇਸ਼ ਨਹੀਂ ਕੀਤਾ ਹੈ, ਤਾਂ ਉਹ ਓਪਰਚੁਨਿਟੀ ਹੈ ਸਾਡੇ ਕੋਲ। ਅਸੀਂ ਚਾਹਾਂਗੇ ਕਿ ਰੈਗੂਲਰ ਬਜਟ ਜਦੋਂ ਉਹ ਪ੍ਰੈਜ਼ੈਂਟ ਕੀਤਾ ਜਾਏ, ਉੱਥੇ ਸਾਡੇ EMPLOYEES ਨਾ ਕੇਵਲ ਨੌਨ ਟੀਚਿੰਗ EMPLOYEES ਬਟ ਸਾਡੇ ਜਿਹੜੇ ਟੀਚਰ ਹੈ ਉਹਨਾਂ ਦੇ ਵੀ ਨਏ ਸਕੇਲ ਲਈ ਸਾਨੂੰ ਜਿਹੜਾ ਬਜਟ ਹੈ ਉਹਦਾ ਪ੍ਰਾਵਧਾਨ ਕੀਤਾ ਜਾਏ। ਇਹ ਕਿੰਨੀ ਦੇਰ 'ਚ ਹੋ ਜਾਏਗਾ? ਇਹ ਮੇਰੇ ਖਿਆਲ ਨਾਲ ਮਹੀਨੇ ਦੇ ਅੰਦਰ ਅੰਦਰ ਸਰਕਾਰ 3 ਮਹੀਨੇ ਦਾ ਉਹਨਾਂ ਨੇ ਵੋਟ ਅਕਾਊਂਟ ਲਿੱਤਾ ਹੋਇਆ ਸਰਕਾਰ ਨੇ, ਤੇ ਉਹਦੇ ਦਰਮਿਆਨ ਹੀ ਉਹਨਾਂ ਨੇ ਬਜਟ ਪੇਸ਼ ਕਰਨਾ। ਤਾਂ ਅਗਲਾ ਜਿਹੜਾ ਸੈਸ਼ਨ ਹੋਗਾ, ਮੈਨੂੰ ਉਮੀਦ ਹੈਗੀ ਕਿ ਜਿਹੜਾ ਲੈਜਿਸਲੇਟਿਵ ਅਸੈਂਬਲੀ ਦਾ ਸੈਸ਼ਨ ਹੋਗਾ ਉਹ ਬਜਟ ਸੈਸ਼ਨ ਹੋਗਾ। ਜੇ ਕਹਿੰਦੇ ਸਾਡੀਆਂ ਮੰਗਾਂ ਨਾ ਪੂਰੀਆਂ ਉਨੀ ਦੇਰ ਧਰਨਾ ਹੀ ਲੱਗਾ ਰਹੇਗਾ। ਚਲੋ ਦੇਖੋ, ਉਹ ਤਾਂ ਉਹਨਾਂ ਦਾ ਇੱਕ ਸੰਵਿਧਾਨਿਕ ਰਾਈਟ ਹੈਗਾ ਧਰਨਾ ਲਗਾਉਣਾ, ਆਪਣੀ ਡਿਮਾਂਡ ਨੂੰ ਅੱਗੇ ਕਰਨਾ, ਪਰ ਯੂਨੀਵਰਸਿਟੀ ਵੱਲੋਂ ਜੋ ਹੋਣਾ ਚਾਹੀਦਾ ਉਹ ਅਸੀਂ ਕਰ ਰਹੇ ਹਾਂ, ਤੇ ਸਰਕਾਰ ਦੇ ਉੱਤੇ ਹੈ, ਬਜਟ ਸਰਕਾਰ ਨੂੰ ਦੇਣਾ ਹੈ। ਇਹ ਮਹੀਨੇ ਤੱਕ ਹੋ ਜਾਊਗਾ ਪੂਰਾ? ਮੈਨੂੰ ਉਮੀਦ ਹੈਗੀ ਕਿ ਹੋ ਜਾਣਾ ਚਾਹੀਏ, ਆਉਣ ਵਾਲੇ ਬਜਟ 'ਚ ਹੋ ਜਾਣਾ ਚਾਹੀਦਾ। ਠੀਕ ਹੈ। ਅੱਜ ਜਿਹੜੀ ਮੀਟਿੰਗ ਹੈ, ਅੱਜ ਮੀਟਿੰਗ ਹੈ? ਅੱਜ ਮੀਟਿੰਗ ਹੈ ਉਹ ਤਾਂ ਸਾਇੰਟਿਸਟ ਦੇ ਨਾਲ ਹੈ, ਵੱਖਰੇ ਵੱਖਰੇ ਸਾਇੰਟਿਸਟ ਗਵਰਨਮੈਂਟ ਆਫ ਇੰਡੀਆ ਤੋਂ ਵੀ ਆਏ ਹੋਏ ਹੈ। ਇਹਨਾਂ ਦੀ ਮੀਟਿੰਗ EMPLOYEEਆਂ ਦੀ? ਇਹਨਾਂ ਦੀ ਤਾਂ ਮੰਤਰੀ ਜੀ ਨਾਲ ਕਰਨੀ ਹੈ, ਇਸ ਹਫਤੇ ਮੋਸਟ ਪ੍ਰੋਬਬਲੀ ਹੋ ਜਾਵੇ। ਲੁਧਿਆਣਾ ਤੋਂ ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।